ਕੀ ਹੋਇਆ ਜਦ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਆ ਗਿਆ 20 ਫੁੱਟ ਲੰਬਾ ਨਾਗ ਤੇ ਉਸ ਤੋਂ ਬਾਅਦ ਜੋ ਚਮਤਕਾਰ ਹੋਇਆ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ਦੀ ਕਲਪਨਾ ਆਮ ਇਨਸਾਨ ਨਹੀਂ ਕਰ ਸਕਦਾ। ਜਾਣੋ ਕੀ ਹੋਇਆ ਅਜਿਹਾ ਜਿਸ ਨੇ ਸਾਰੀ ਦੁਨੀਆ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਤੇਜਪਾਲ ਸਿੰਘ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਪੰਜਾਬ ਦੇ ਵਿੱਚ ਇੱਕ ਹੈਰਾਨੀ ਵਾਲਾ ਮਾਹੌਲ ਬਣਾ ਦਿੱਤਾ। ਤੇਜਪਾਲ ਨੇ ਦੱਸਿਆ ਕਿ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਮੇਰਾ ਆਪਣਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟੈਕਸੀਆਂ ਦਾ ਕੰਮ ਹੈ। ਮੈਂ ਅੰਮ੍ਰਿਤਧਾਰੀ ਸਿੰਘ ਹਾਂ ਤੇ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਹਾਜ਼ਰੀ ਭਰਦਾ ਹਾਂ। ਇਹਨਾਂ ਦੀ ਕਿਰਪਾ ਹਮੇਸ਼ਾ ਹੀ ਮੇਰੇ ਤੇ ਮੇਰੇ ਪਰਿਵਾਰ ਤੇ ਕਾਰੋਬਾਰ ਤੇ ਰਹੀ ਹੈ। ਸਾਲ 2015 ਦੀ ਗੱਲ ਹੈ ਜਦੋਂ ਮੇਰਾ ਇੱਕ ਭਿਆਨਕ ਐਕਸੀਡੈਂਟ ਹੋਇਆ। ਹਾਦਸਾ ਇੰਨਾ ਭਿਆਨਕ ਸੀ ਪਰ ਪਰਮਾਤਮਾ ਦੀ ਕਿਰਪਾ ਕਰਕੇ ਮੈਂ ਬਚ ਗਿਆ ਤੇ ਮੇਰੇ ਥੋੜੀਆਂ ਸੱਟਾਂ ਲੱਗੀਆਂ। ਹੌਲੀ-ਹੌਲੀ ਕਰ ਮੈਂ ਉਹਨਾਂ ਜ਼ਖਮਾਂ ਤੋਂ ਤਾਂ ਰਿਕਵਰ ਹੋ ਗਿਆ, ਪਰ ਉਹ ਹਾਦਸਾ ਇੰਨਾ ਭੈੜਾ ਸੀ ਕਿ ਉਸ ਦਾ ਡਰ ਮੇਰੇ ਮਨ ਦੇ ਵਿੱਚੋਂ ਨਿਕਲ ਨਹੀਂ ਰਿਹਾ ਸੀ ਤੇ ਕੁਝ ਮਹੀਨਿਆਂ ਬਾਅਦ ਮੈਨੂੰ ਐਸਾ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਮੇਰੀਆਂ ਲੱਤਾਂ ਦੇ ਵਿੱਚ ਜਾਨ ਨਹੀਂ ਰਹੀ ਤੇ ਇਸ ਹਾਦਸੇ ਦਾ ਡਰ ਸੋ ਮੇਰੇ ਮਨ ਦੇ ਵਿੱਚ ਬੈਠ ਗਿਆ ਕਿ ਮੇਰਾ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਤੇ ਇੱਕ ਸਮਾਂ ਮੈਂ ਬਿਲਕੁਲ ਹੀ ਮੰਜੇ ਤੇ ਆ ਗਿਆ। ਇੱਕ ਵੀ ਕਦਮ ਚੁੱਕਣਾ ਮੇਰੇ ਲਈ ਬਿਲਕੁਲ ਮੁਸ਼ਕਲ ਹੋ ਗਿਆ ਸੀ। ਇਹ ਸਭ ਕੁਝ ਦੇਖ ਕੇ ਮੇਰਾ ਪਰਿਵਾਰ ਘਬਰਾ ਗਿਆ ਕਿਉਂਕਿ ਮੇਰੇ ਬੱਚੇ ਹਜੇ ਛੋਟੇ ਸਨ। ਫਿਰ ਮੈਂ ਡਾਕਟਰਾਂ ਤੋਂ ਚੈੱਕਅਪ ਕਰਵਾਇਆ, ਹਰ ਇੱਕ ਟੈਸਟ ਦੀ ਸਕੈਨਿੰਗ ਕਰਵਾਈ, ਪਰ ਕਿਤੇ ਵੀ ਕੋਈ ਬਿਮਾਰੀ ਨਜ਼ਰ ਨਹੀਂ ਆਈ। ਡਾਕਟਰਾਂ ਨੂੰ ਫਿਰ ਸ਼ੱਕ ਹੋਇਆ ਕਿ ਦਿਮਾਗ ਦੇ ਵਿੱਚ ਕੋਈ ਸੱਟ ਨਾ ਲੱਗੀ ਹੋਵੇ, ਜਿਸ ਦੇ ਕਰਕੇ ਮੇਰੀ MIR ਕਰਵਾਈ ਗਈ, ਪਰ ਉਹ ਵੀ ਰਿਪੋਰਟਾਂ ਬਿਲਕੁਲ ਨੋਰਮਲ ਆਈਆਂ। ਆਖਿਰ ਡਾਕਟਰਾਂ ਨੇ ਕਿਹਾ ਕਿ ਤੈਨੂੰ ਕੋਈ ਵੀ ਬਿਮਾਰੀ ਨਹੀਂ ਹੈ। ਇੱਕ ਡਰ ਦੀ ਵਜ੍ਹਾ ਦੇ ਕਾਰਨ ਹੀ ਮੈਂ ਚੱਲ ਨਹੀਂ ਪਾ ਰਿਹਾ ਸੀ। ਹਿੰਮਤ ਕਰਕੇ ਮੈਨੂੰ ਖੁਦ ਹੀ ਚੱਲਣ ਦੀ ਕੋਸ਼ਿਸ਼ ਕਰਨੀ ਪਵੇਗੀ, ਪਰ ਉਸ ਸਮੇਂ ਕੀ ਕਰਦਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਮੈਨੂੰ ਮੇਰੀਆਂ ਲੱਤਾਂ ਦੇ ਵਿੱਚ ਜਾਨ ਬਿਲਕੁਲ ਵੀ ਮਹਿਸੂਸ ਨਹੀਂ ਹੋ ਰਹੀ ਸੀ। ਸਮਾਂ ਦਿਨਾਂ ਦੇ ਉੱਤੇ ਪਿਆ ਤੇ ਫਿਰ ਮਹੀਨਿਆਂ ਤੇ ਹੌਲੀ-ਹੌਲੀ ਸਾਲ ਲੰਘਦੇ ਗਏ, ਪਰ ਮੈਂ ਮੰਜੇ ਦੇ ਉੱਤੇ ਹੀ ਸੀ। ਇੱਕ ਦਿਨ ਮੇਰੀ ਪਤਨੀ ਨੇ ਕਿਹਾ ਕਿ ਉੱਠ ਕੇ ਚੱਲੋ, ਤੁਸੀਂ ਕੋਸ਼ਿਸ਼ ਤਾਂ ਕਰੋ, ਤੁਹਾਨੂੰ ਕੁਝ ਵੀ ਨਹੀਂ ਹੋਵੇਗਾ। ਜ਼ਬਰਦਸਤੀ ਉਸਨੇ ਮੈਨੂੰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਮੈਂ ਤਿਲਕ ਕੇ ਡਿੱਗ ਪਿਆ ਤੇ ਮੇਰੀ ਲੱਕ ਦੇ ਉੱਤੇ ਸੱਟ ਲੱਗੀ। ਜਦੋਂ ਮੈਂ ਚੈੱਕਅਪ ਕਰਵਾਇਆ, ਮੇਰੇ ਰੀੜ੍ਹ ਦੇ ਹੱਡੀ ਤੇ ਕੁਝ ਕੁ ਮਣਕੇ ਹਿੱਲ ਗਏ ਸੀ। ਪਹਿਲਾਂ ਤੋਂ ਮੇਰੇ ਤੋਂ ਇਕੱਲਾ ਚੱਲ ਵੀ ਨਹੀਂ ਹੋ ਰਿਹਾ ਸੀ ਤੇ ਹੁਣ ਮੇਰਾ ਬੈਠਣਾ ਵੀ ਮੁਸ਼ਕਲ ਹੋ ਗਿਆ ਸੀ। ਤੇ ਫਿਰ ਉਸ ਤੋਂ ਬਾਅਦ 6 ਮਹੀਨੇ ਇਸ ਦਾ ਵੀ ਇਲਾਜ ਕਰਵਾਇਆ ਤੇ ਹੁਣ ਮੈਂ ਮੰਜੇ ਦੇ ਉੱਤੇ ਪਿਆ ਹੀ ਰਹਿੰਦਾ ਸੀ। ਹੌਲੀ-ਹੌਲੀ ਕਰ ਮੈਨੂੰ ਇਸ ਬਿਮਾਰੀ ਤੋਂ ਆਰਾਮ ਮਿਲਿਆ। ਹੁਣ ਸਮਾਂ ਲੰਘ ਰਿਹਾ ਸੀ ਪਰ ਮੈਂ ਹਜੇ ਵੀ ਮੰਜੇ ਦੇ ਉੱਪਰ ਹੀ ਸੀ ਤੇ ਘਰ ਦੇ ਵਿੱਚ ਕਮਾਉਣ ਵਾਲਾ ਵੀ ਮੈਂ ਇਕੱਲਾ ਹੀ ਸੀ। ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਰੋਜ਼ਾਨਾ ਦਰਬਾਰ ਸਾਹਿਬ ਹਾਜ਼ਰੀ ਦੇ ਲਈ ਲੈ ਕੇ ਜਾਇਆ ਕਰੋ। ਸ਼ਾਇਦ ਮੇਰੇ ਤੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ, ਜਿਸ ਦੀ ਵਜ੍ਹਾ ਦੇ ਕਾਰਨ ਮੇਰੇ ਇਹ ਹਾਲਾਤ ਹਨ। ਵੀਲ ਚੇਅਰ ਦੇ ਉੱਤੇ ਮੇਰੀ ਪਤਨੀ ਮੈਨੂੰ ਰੋਜ਼ਾਨਾ ਹੀ ਸ਼੍ਰੀ ਦਰਬਾਰ ਸਾਹਿਬ ਲੈ ਕੇ ਜਾਣ ਲੱਗੀ। ਮੈਂ ਪਰਿਕਰਮਾ ਦੇ ਵਿੱਚ ਬੈਠ ਕੇ ਕੀਰਤਨ ਤੇ ਬਾਣੀ ਸੁਣਦਾ ਰਹਿੰਦਾ ਤੇ ਅਰਦਾਸ ਕਰਦਾ, ਹੇ ਵਾਹਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਦਿਓ। ਇਸੇ ਤਰ੍ਹਾਂ ਕਈ ਦਿਨ ਮੈਂ ਲਗਾਤਾਰ ਉੱਥੇ ਜਾ ਕੇ ਅਰਦਾਸ ਕਰਦਾ ਰਿਹਾ। ਹੌਲੀ-ਹੌਲੀ ਮੇਰੀ ਇਸ ਹਾਲਤ ਨੂੰ ਦੇਖ ਕੇ ਮੇਰੀ ਪਤਨੀ ਦੀ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗੀ ਕਿਉਂਕਿ ਮੇਰੀ ਪਤਨੀ ਦੇ ਮਾਤਾ-ਪਿਤਾ ਜਹਾਨੋਂ ਤੁਰ ਗਏ ਸੀ ਤੇ ਮੇਰੇ ਤੋਂ ਇਲਾਵਾ ਉਸਦਾ ਕੋਈ ਹੈ ਵੀ ਨਹੀਂ ਸੀ। ਇਸ ਕਰਕੇ ਉਹ ਪਰੇਸ਼ਾਨ ਰਹਿਣ ਲੱਗੀ। ਇੱਕ ਦਿਨ ਸ਼੍ਰੀ ਦਰਬਾਰ ਸਾਹਿਬ ਰਾਤ ਦੇ ਸਮੇਂ ਪਰਿਕਰਮਾ ਦੇ ਵਿੱਚ ਬੈਠੇ ਹੋਏ ਸੀ। ਬਰਾਂਡੇ ਦੇ ਵਿੱਚ ਕੁਝ ਸੰਗਤਾਂ ਪਾਠ ਕਰ ਰਹੀਆਂ ਸਨ ਤੇ ਕੁਝ ਸੋ ਰਹੀਆਂ ਸਨ ਤੇ ਮੇਰੀ ਪਤਨੀ ਵੀ ਉੱਥੇ ਬਰਾਂਡੇ ਦੇ ਵਿੱਚ ਹੀ ਸੋ ਗਈ। ਮੈਂ ਪਾਠ ਕਰਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਅਰਦਾਸ ਕਰ ਰਿਹਾ ਸੀ ਤੇ ਅਰਦਾਸ ਕਰਦੇ ਜਦੋਂ ਮੈਂ ਅੱਖਾਂ ਖੋਲੀਆਂ ਤੇ ਮੇਰੇ ਸਾਹਮਣੇ ਇੱਕ ਵਿਸ਼ਾਲ ਨਾਗ ਫਨ ਖਿਲਾਰੀ ਖੜਿਆ ਹੋਇਆ ਸੀ ਜੋ ਮੇਰੇ ਵੱਲ ਦੇਖ ਕੇ ਫੁਨਕਾਰੇ ਮਾਰ ਰਿਹਾ ਸੀ। ਐਸੀ ਚੀਜ਼ ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਦੇਖੀ ਸੀ। ਉਸ 20 ਫੁੱਟੇ ਲੰਬੇ ਨਾਗ ਨੂੰ ਦੇਖ ਕੇ
ਮੈਨੂੰ ਡਰ ਦੇ ਨਾਲ ਪਸੀਨਾ ਆ ਗਿਆ ਤੇ ਜਦੋਂ ਉਹ ਮੇਰੇ ਵੱਲ ਵਧਿਆ ਤਾਂ ਮੈਂ ਆਪਣੀ ਵੀਲ ਚੇਅਰ ਤੋਂ ਉੱਠ ਕੇ ਦਰਬਾਰ ਸਾਹਿਬ ਵੱਲ ਉੱਠ ਕੇ ਤੇਜ਼ੀ ਦੇ ਨਾਲ ਭੱਜਿਆ। ਬੁਲਾਓ ਫਤਿਹ ਸੰਗਤ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ। ਪਿੱਛੇ ਨਾਗਨਾ ਦੇਖ ਕੇ ਮੇਰੇ ਸਾਹਾਂ ਦੇ ਵਿੱਚ ਸਾਹ ਆਇਆ ਤੇ ਮੈਂ ਵਾਪਸ ਆਪਣੀ ਵੀਲ ਚੇਅਰ ਦੇ ਉੱਤੇ ਜਾ ਕੇ ਬੈਠ ਗਿਆ। ਮੈਨੂੰ ਲੱਗਿਆ ਕਿ ਸ਼ਾਇਦ ਨੀਂਦ ਦੇ ਕਾਰਨ ਮੈਨੂੰ ਅਜਿਹਾ ਮਹਿਸੂਸ ਹੋਇਆ ਹੋਵੇਗਾ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਵੀਲ ਚੇਅਰ ਤੋਂ ਉੱਠ ਕੇ ਭੱਜਿਆ ਸੀ, ਮਤਲਬ ਕਿ ਮੇਰੀਆਂ ਲੱਤਾਂ ਕੰਮ ਕਰ ਰਹੀਆਂ ਸਨ। ਫਿਰ ਮੈਂ ਦੁਬਾਰਾ ਉੱਠ ਕੇ ਚੱਲਣ ਦੀ ਕੋਸ਼ਿਸ਼ ਕੀਤੀ। ਮੈਂ ਹੈਰਾਨ ਸੀ ਕਿ ਮੈਂ ਚੱਲ ਰਿਹਾ ਸੀ। ਮੈਨੂੰ ਲੱਗਿਆ ਕਿ ਹਜੇ ਵੀ ਮੈਂ ਕੋਈ ਸੁਪਨਾ ਹੀ ਦੇਖ ਰਿਹਾ ਹਾਂ। ਇਸ ਕਰਕੇ ਮੈਂ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰ ਇਹ ਕੋਈ ਸੁਪਨਾ ਨਹੀਂ ਸੀ, ਇਹ ਇੱਕ ਸੱਚਾਈ ਸੀ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਉਠਾਇਆ ਤੇ ਚੱਲ ਕੇ ਦਿਖਾਇਆ। ਮੈਨੂੰ ਠੀਕ ਹੋਇਆ ਦੇਖ ਮੇਰੀ ਪਤਨੀ ਬਹੁਤ ਖੁਸ਼ ਹੋਈ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਅਸਲ ਦੇ ਵਿੱਚ ਇੱਕ ਹਾਦਸੇ ਦੇ ਕਾਰਨ ਉਸ ਐਕਸੀਡੈਂਟ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਸੀ ਤੇ ਉਸ ਡਰ ਨੇ ਮੇਰੇ ਅੰਦਰ ਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਹੋਰ ਡਰ ਖਤਮ ਕਰ ਦਿੱਤਾ। ਪਰਮਾਤਮਾ ਤੁਹਾਡੇ ਅੰਦਰ ਹੀ ਵਸਦਾ ਹੈ, ਉਸ ਨੂੰ ਲੱਭਣ ਦੀ ਜ਼ਰੂਰਤ ਕਿਤੇ ਬਾਹਰ ਨਹੀਂ ਬਲਕਿ ਅੰਦਰ ਹੀ ਹੁੰਦੀ ਹੈ। ਬਸ ਲੋੜ ਹੈ ਵਿਸ਼ਵਾਸ ਦੀ ਤੇ ਅਰਦਾਸ ਦੀ, ਹਰ ਦੁੱਖ ਵੇਲੇ ਜੋ ਕੰਮ ਆਉਂਦੀ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।